Hello learners, our subject is pedagogy of science education and ਅੱਜ ਦਾ ਆਪਣਾ ਟੌਪਿਕ ਹੈ ਮਾਈਰੇਜ ਐਂਡ ਟਵਿੰਕਲਿੰਗ ਆਫ ਸਟਾਰਸ। ਹੁਣ ਆਪਾਂ ਟੌਪਿਕ ਨੂੰ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੇ ਆਪਟੀਕਲ ਫਿਨੋਮੀਨਾ ਇਨ ਨੇਚਰ ਆ ਜਾਂ ਪ੍ਰਕਿਰਤੀ ਵਿੱਚ ਆਪਟੀਕਲ ਵਰਤਾਰਾ ਜਿਵੇਂ ਮਾਈਰੇਜ ਹੋ ਗਿਆ, ਤਾਰਿਆਂ ਦਾ ਟਿਮਟਮਾਉਣਾ ਹੋ ਗਿਆ, ਇਹ ਸਾਰੇ ਆਪਟੀਕਲ ਫਿਨੋਮੀਨਾ ਜਿਹੜੇ ਨੇਚਰ ਦੇ ਵਿੱਚ ਅਕਰ ਹੁੰਦੇ ਆ। ਆਪਟੀਕਲ ਫਿਨੋਮੀਨਾ ਤੋਂ ਭਾਵ ਹੈ ਕੁਦਰਤ ਜਾਂ ਪ੍ਰਕਿਰਤੀ ਦੇ ਅਜਿਹੇ ਤੱਤ ਜੋ ਆਪਟੀਕਲ ਵਰਤਾਰਾ ਪੇਸ਼ ਕਰਦੇ ਹਨ। ਜਿਵੇਂ ਆਪਣੇ ਕੋਲ ਰੇਨਬੋ ਬਣਦੀ ਹੈ, ਰੇਨਬੋ ਕਾਹਦੇ ਕਰਕੇ ਬਣਦੀ ਹੈ? ਰਿਫਲੈਕਸ਼ਨ ਜਾਂ ਰਿਫਰੈਕਸ਼ਨ ਕਰਕੇ ਬਣਦੀ ਹੈ। ਮਾਈਰੇਜ ਅਪਵਰਤਨ ਕਰਕੇ ਬਣਦੀ ਹੈ, ਰਿਫਰੈਕਸ਼ਨ ਕਰਕੇ ਬਣਦੀ ਹੈ। ਸਕਾਈ ਐਂਡ ਸਨ ਕਲਰ ਜਿਹੜਾ ਹੈਗਾ ਆਪਾਂ ਨੂੰ ਸੂਰਜ ਲਾਲ ਦਿਖਾਈ ਦਿੰਦਾ ਜਾਂ ਸਕਾਈ ਬਲੂ ਕਿਉਂ ਦਿਖਾਈ ਦਿੰਦੇ? ਸਕੈਟਰਿੰਗ ਐਂਡ ਅਬਜ਼ੋਰਪਸ਼ਨ ਕਰਕੇ ਹੁੰਦਾ। ਅਤੇ ਜੇ ਆਪਾਂ ਆਮ ਸ਼ਬਦਾਂ ਵਿੱਚ ਗੱਲ ਕਰੀਏ, ਸੂਰਜ ਜਾਂ ਚੰਨ ਤੋਂ ਆ ਰਹੀ ਰੌਸ਼ਨੀ ਦੀਆਂ ਕਿਰਨਾਂ ਦੀ ਬੱਦਲ, ਪਾਣੀ, ਧੂੜ, ਮਿੱਟੀ ਵਿੱਚ ਆਦਿ ਵਾਤਾਵਰਣੀ ਤੱਤਾਂ ਨਾਲ ਇੰਟਰੈਕਸ਼ਨ ਦੇ ਕਾਰਨ ਪੈਦਾ ਹੋਇਆ ਵਰਤਾਰਾ ਹੀ ਆਪਟੀਕਲ ਵਰਤਾਰਾ ਕਹਾਉਂਦਾ ਹੈ। ਜਿਵੇਂ ਆਪਾਂ ਆਪਟੀਕਲ ਵਰਤਾਰਾ ਨੂੰ 4 ਭਾਗਾਂ ਵਿੱਚ ਲਾਈਟ ਦੇ ਆਧਾਰ 'ਤੇ ਵੰਡ ਸਕਦੇ ਹਾਂ। ਸਭ ਤੋਂ ਪਹਿਲਾਂ ਅਪਵਰਤਨ ਆ, ਰਿਫਰੈਕਸ਼ਨ ਆ, ਪਰਾਵਰਤਨ ਆ, ਰਿਫਲੈਕਸ਼ਨ ਆ, ਵਿਵਰਤਨ ਆ, ਡਿਫਰੈਕਸ਼ਨ ਆ, ਖਲਲ ਆ, ਇੰਟਰਫੇਰੈਂਸ ਹੁੰਦੇ ਹਨ। ਇਹਨਾਂ ਵਿੱਚੋਂ ਹਰ ਇੱਕ ਜਿਹੜੀ ਗੁਣ ਆ ਉਹਦੇ ਆਧਾਰ 'ਤੇ ਆਪਾਂ ਇਹਨਾਂ ਨੂੰ ਅਲੱਗ-ਅਲੱਗ ਲਿਸਟ ਕਰ ਸਕਦੇ ਹਾਂ। ਜਿਵੇਂ ਰੇਨਬੋ ਪ੍ਰਕਾਸ਼ ਦੇ ਪਰਾਵਰਤਨ ਅਤੇ ਅਪਵਰਤਨ ਕਾਰਨ ਪੈਦਾ ਹੁੰਦੀ ਆ। ਜਿਹੜੀ ਮਾਈਰੇਜ ਹੁੰਦੀ ਉਹ ਅਪਵਰਤਨ ਕਰਕੇ ਜਾਂ ਰਿਫਰੈਕਸ਼ਨ ਕਰਕੇ ਪੈਦਾ ਹੁੰਦੀ ਆ ਕਿ ਹੁੰਦਾ। ਹੁਣ ਇਹਨਾਂ ਦੇ ਵਿੱਚੋਂ ਆਪਾਂ ਡਿਟੇਲ ਵਿੱਚ ਪੜ੍ਹਾਂਗੇ ਮਾਈਰੇਜ ਐਂਡ ਟਵਿੰਕਲਿੰਗ ਆਫ ਸਟਾਰਸ। ਇਹ ਪ੍ਰਕਾਸ਼ ਦੇ ਅਪਵਰਤਨ ਕਰਕੇ ਹੁੰਦਾ। ਸਭ ਤੋਂ ਪਹਿਲਾਂ ਮਾਈਰੇਜ ਦੇਖਾਂਗੇ ਕਿੰਨੇ ਤਰ੍ਹਾਂ ਦੀ ਹੁੰਦੀ ਆ। ਜਿਹੜੀ ਮਾਈਰੇਜ ਹੈਗੀ ਆ ਸਭ ਤੋਂ ਪਹਿਲਾਂ ਉਹ 2 ਤਰ੍ਹਾਂ ਦੀ ਹੁੰਦੀ ਹੈ, ਇਨਫੀਰੀਅਰ ਮਾਈਰੇਜ ਐਂਡ ਸੁਪੀਰੀਅਰ। ਇਨਫੀਰੀਅਰ ਮਤਲਬ ਹੇਠਲੀ, ਸੁਪੀਰੀਅਰ ਮਤਲਬ ਉੱਪਰਲੀ। ਮਾਈਰੇਜ ਦੀ ਜਿਹੜੀ ਆਪਾਂ ਡੈਫੀਨੇਸ਼ਨ ਕਰੀਏ, ਮਾਈਰੇਜ ਤੋਂ ਭਾਵ ਹੈ ਕਿਸੇ ਪਦਾਰਥਾਂ ਦੀਆਂ ਬਣੀਆਂ ਅਜਿਹੀਆਂ ਤਸਵੀਰਾਂ ਹੁੰਦੀਆਂ ਹਨ ਜੋ ਪ੍ਰਕਾਸ਼ ਦੇ ਅਪਵਰਤਨ ਦੇ ਗੁਣ ਕਾਰਨ ਆਪਣੀ ਜਗ੍ਹਾ ਤੋਂ ਸਥਾਨਾਂਤਰਨ ਹੋਈਆਂ ਜਾਪਦੀਆਂ ਹਨ। ਮਤਲਬ ਆਪਣੀ ਜਗ੍ਹਾ ਤੋਂ ਉਹਨਾਂ ਦੀ ਜਿਹੜੀ ਜਗ੍ਹਾ ਹੁੰਦੀ ਹੈ ਉਹਦੇ ਤੋਂ ਆਪਾਂ ਨੂੰ ਉੱਪਰ ਦਿਖਾਈ ਦਿੰਦੀਆਂ ਜਾਂ ਨੀਚੇ ਆਪਦੀ ਜਗ੍ਹਾ 'ਤੇ ਦਿਖਾਈ ਨਹੀਂ ਦਿੰਦੀਆਂ, ਤਾਂ ਉਹਨਾਂ ਤਸਵੀਰਾਂ ਨੂੰ ਆਪਾਂ ਕੀ ਕਹਿੰਦੇ ਹਾਂ? ਮਾਈਰੇਜ ਕਹਿੰਦੇ ਹਾਂ। ਸਭ ਤੋਂ ਪਹਿਲਾਂ ਆਪਣੇ ਜਿਹੜਾ ਇਨਵਾਇਰਮੈਂਟ ਹੈਗਾ ਉਹਦੇ ਵਿੱਚ 2 ਤਰ੍ਹਾਂ ਦੇ ਮਾਈਰੇਜ ਆਪਾਂ ਨੂੰ ਦੇਖਣ ਨੂੰ ਮਿਲਦੇ ਆ, ਇਨਫੀਰੀਅਰ ਐਂਡ ਸੁਪੀਰੀਅਰ ਮਾਈਰੇਜ। ਇਨਫੀਰੀਅਰ ਹੁੰਦਾ ਜਦੋਂ ਤਸਵੀਰ ਨੀਚੇ ਬਣਦੀ ਆ, ਉਹਨੂੰ ਆਪਾਂ ਇਨਫੀਰੀਅਰ ਕਹਿੰਦੇ ਹਾਂ। ਸੁਪੀਰੀਅਰ ਉਦੋਂ ਹੁੰਦਾ ਜਦੋਂ ਆਪਣੇ ਕੋਲੇ ਤਸਵੀਰ ਜਿਹੜੀ ਆਬਜੈਕਟ ਦੀ ਉੱਪਰ ਬਣਦੀ ਉਹਨੂੰ ਆਪਾਂ ਸੁਪੀਰੀਅਰ ਮਾਈਰੇਜ ਬੋਲਦੇ ਹਾਂ। ਹੁਣ ਆਪਾਂ ਇਹਨਾਂ ਨੂੰ ਡਿਟੇਲ ਵਿੱਚ ਪੜ੍ਹਾਂਗੇ। ਸਭ ਤੋਂ ਪਹਿਲਾਂ ਜਦੋਂ ਆਪਾਂ ਗਰਮੀਆਂ ਦੇ ਦਿਨਾਂ ਵਿੱਚ ਆਪਾਂ ਦੇਖਦੇ ਹਾਂ ਕਿ ਆਪਾਂ ਕਾਰ ਡਰਾਈਵ ਕਰ ਰਹੇ ਹੁੰਦੇ ਹਾਂ ਰੋਡ 'ਤੇ, ਤਾਂ ਆਪਾਂ ਕੋਈ ਵੀ ਪਰਸਨ ਜਾ ਰਿਹਾ ਰੋਡ 'ਤੇ ਤਾਂ ਉਹਨੂੰ ਅੱਗੇ ਜਾ ਕੇ ਕੀ ਲੱਗੂ? ਇਲੂਜ਼ਨ ਹੋਊਗਾ, ਭੁਲੇਖਾ ਪਊਗਾ ਕਿ ਅੱਗੇ ਪਾਣੀ ਆ। ਬਟ ਜਿਵੇਂ ਹੀ ਉਹ ਅੱਗੇ ਜਾਂਦਾ, ਅੱਗੇ ਵੱਧਦਾ ਜਾਂਦਾ ਤਾਂ ਜਿਹੜਾ ਪਾਣੀ ਆ, ਪਾਣੀ ਦੀ ਭਾਲ ਵਿੱਚ ਅੱਗੇ ਜਾਊਗਾ ਤਾਂ ਪਾਣੀ ਨਹੀਂ ਹੁੰਦਾ। ਤਾਂ ਅਜਿਹਾ ਆਪਟੀਕਲ ਵਰਤਾਰਾ ਆਪਾਂ ਨੂੰ ਕਿਉਂ ਦੇਖਣ ਨੂੰ ਮਿਲਦਾ? ਤਾਂ ਇਹ ਪ੍ਰਕਾਸ਼ ਦੇ ਅਪਵਰਤਨ ਕਾਰਨ ਹੀ ਆਪਾਂ ਨੂੰ ਵੇਖਣ ਨੂੰ ਮਿਲਦਾ। ਹੁਣ ਆਪਾਂ ਇਹਨੂੰ ਬੋਲਾਂਗੇ ਇਨਫੀਰੀਅਰ ਮਾਈਰੇਜ। ਹੁਣ ਆਪਾਂ ਨੈਕਸਟ ਇਹਦੇ ਬਾਰੇ ਪੜ੍ਹਾਂਗੇ। ਇਨਫੀਰੀਅਰ ਮਾਈਰੇਜ ਦੀ ਸਥਿਤੀ ਉਦੋਂ ਹੁੰਦੀ ਆ ਜਦੋਂ ਆਪਣੀ ਵਸਤੂ ਆਪਣੀ ਅਸਲੀ ਸਥਿਤੀ ਤੋਂ ਹੇਠਲੇ ਪਾਸੇ ਵੱਲ ਦਿਖਾਈ ਦੇਵੇ, ਉਸਨੂੰ ਅਸੀਂ ਇਨਫੀਰੀਅਰ ਇਮੇਜ ਕਹਿੰਦੇ ਹਾਂ। ਇਸ ਕਿਸਮ ਦੀ ਜਿਹੜੀ ਇਮੇਜ ਆ ਉਸ ਸਮੇਂ ਪੈਦਾ ਹੁੰਦੀ ਹੈ ਜਦੋਂ ਜ਼ਮੀਨ ਦੇ ਨੀਚੇ ਵਾਲੀ ਹਵਾ ਜ਼ਿਆਦਾ ਹੌਟ ਹੁੰਦੀ ਆ, ਗਰਮ ਹੁੰਦੀ ਆ। ਜਦੋਂ ਜ਼ਿਆਦਾ ਹਵਾ ਗਰਮ ਹੋਵੇ ਤਾਂ ਰੇਅਰ ਮੀਡੀਅਮ ਹੁੰਦੀ ਹੈ ਕਿਉਂਕਿ ਹਲਕੀ ਹੁੰਦੀ ਹੈ, ਘਣਤਾ ਘੱਟ ਹੁੰਦੀ ਹੈ। ਜ਼ਮੀਨ ਦੇ ਜਿਹੜੇ ਨਾਲ ਲੱਗਦੀ ਏਅਰ ਆ ਉਹ ਜ਼ਿਆਦਾ ਗਰਮ ਹੁੰਦੀ ਆ। ਜਿਵੇਂ ਜਿਵੇਂ ਆਪਾਂ ਜ਼ਮੀਨ ਤੋਂ ਉੱਪਰ ਜਾਂਦੇ ਹਾਂ ਤਾਂ ਜਿਹੜੀ ਏਅਰ ਆ ਉਹ ਠੰਡੀ ਹੋਣੀ ਸਟਾਰਟ ਹੋ ਜਾਂਦੀ ਹੈ। ਜਿੰਨੀ ਜ਼ਿਆਦਾ ਠੰਡੀ ਹੋਊਗੀ ਉਨੀ ਸੰਘਣੀ ਹੋਊਗੀ, ਮਤਲਬ ਡੈਂਸਰ ਮੀਡੀਅਮ ਹੋਏਗਾ। ਹੁਣ ਇੱਥੇ ਆਪਣੇ ਕੋਲੇ ਸਨਲਾਈਟ ਆ, ਇੱਥੇ ਆਪਣੇ ਕੋਲੇ ਸੂਰਜ ਆ, ਸੂਰਜ ਤੋਂ ਕਿਰਨ ਆ ਰਹੀ ਆ ਦਰਖਤ ਵੱਲ। ਤਾਂ ਸਭ ਤੋਂ ਪਹਿਲਾਂ ਦੇਖੋ ਇੱਥੇ ਲੇਅਰਾਂ ਕੀ ਆ? ਡੈਂਸਰ ਤੋਂ ਕਿੱਧਰ ਜਾ ਰਹੀ ਆ? ਡੈਂਸਰ ਤੋਂ ਰੇਅਰ ਮੀਡੀਅਮ ਵੱਲ ਜਾ ਰਹੀ ਆ। ਜਦੋਂ ਡੈਂਸਰ ਤੋਂ ਸੰਘਣੇ ਮਾਧਿਅਮ ਤੋਂ ਵਿਰਲੇ ਮਾਧਿਅਮ ਵੱਲ ਜਾਂਦੀ ਹੈ ਤਾਂ ਪ੍ਰਕਾਸ਼ ਦੀ ਕਿਰਨ ਲੰਬ ਤੋਂ ਪਰੇ ਵੱਲ ਮੁੜ ਜਾਂਦੀ ਹੈ। ਪਰੇ ਵੱਲ ਮੁੜ ਗਈ, ਉਸ ਤੋਂ ਬਾਅਦ ਫਿਰ ਦੇਖੋ ਇਹ ਫਿਰ ਡੈਂਸਰ ਟੂ ਰੇਅਰ ਜਾ ਰਹੀ ਆ ਤਾਂ ਫਿਰ ਇਹ ਕੀ ਆ? ਪਰਾਂ ਵੱਲ ਨੂੰ ਮੁੜੇਗੀ। ਤਾਂ ਇੱਕ ਪੁਆਇੰਟ ਅਜਿਹਾ ਆਏਗਾ ਜਿੱਥੇ ਇਹਦਾ ਐਂਗਲ ਆਫ ਇੰਸੀਡੈਂਸ ਗ੍ਰੇਟਰ ਹੋਏਗਾ ਕ੍ਰਿਟੀਕਲ ਐਂਗਲ ਤੋਂ। ਕ੍ਰਿਟੀਕਲ ਕੋਣ ਤੋਂ ਵੱਡਾ ਹੋਊਗਾ ਇਹਦਾ ਆਪਤਿਤ ਕੋਣ,
ਤਾਂ ਉਸ ਪੁਆਇੰਟ 'ਤੇ ਜਾ ਕੇ ਇਹ ਜਿਹੜੇ ਮੀਡੀਅਮ ਦੇ ਵਿੱਚ ਆਈ ਆ ਉਸੇ ਮੀਡੀਅਮ ਦੇ ਵਿੱਚ ਰਿਫਲੈਕਟ ਹੋ ਜਾਊਗੀ, ਬੈਕ ਹੋ ਜਾਊਗੀ, ਉਸੇ ਮੀਡੀਅਮ ਦੇ ਵਿੱਚ ਵਾਪਸ ਚਲੀ ਜਾਊਗੀ। ਤਾਂ ਦੇਖਣ ਵਾਲੇ ਨੂੰ ਇੱਦਾਂ ਲੱਗੂਗਾ, ਕਿਉਂਕਿ ਆਪਣੀ ਜਿਹੜੀ ਹਿਊਮਨ ਆਈ ਹੁੰਦੀ ਆ ਉਹ ਹਮੇਸ਼ਾ ਇਹੀ ਮੰਨਦੀ ਹੈ ਕਿ ਜਿਹੜੀ ਪ੍ਰਕਾਸ਼ ਦੀ ਕਿਰਨ ਆ ਉਹ ਟਰੈਵਲ ਕਰਦੀ ਹੈ ਸਟ੍ਰੇਟ ਲਾਈਨ ਦੇ ਵਿੱਚ, ਸਿੱਧੀ ਲਾਈਨ ਦੇ ਵਿੱਚ ਟਰੈਵਲ ਕਰਦੀ ਆ, ਲਾਈਟ ਰੇ ਟਰੈਵਲ ਇਨ ਸਟ੍ਰੇਟ ਲਾਈਨ। ਤਾਂ ਜਦੋਂ ਆਪਣੀ ਅੱਖ ਦੇਖੇਗੀ ਤਾਂ ਉਸਨੂੰ ਲੱਗੇਗਾ ਕਿ ਜਿਹੜੀ ਆਬਜੈਕਟ ਤੋਂ ਜਿਹੜੀ ਇਹ ਲਾਈਟ ਆ ਰਹੀ ਆ ਉਹ ਇਸ ਆਬਜੈਕਟ ਤੋਂ ਆ ਰਹੀ ਅਤੇ ਆਬਜੈਕਟ ਇੱਥੇ ਪਿਆ, ਬਟ ਅਸਲ ਵਿੱਚ ਆਬਜੈਕਟ ਆਪਣੇ ਕੋਲ ਇੱਥੇ ਆ ਰਿਐਲਿਟੀ ਦੇ ਵਿੱਚ। ਤਾਂ ਜਿਹੜੀ ਇਹਦੀ ਤਸਵੀਰ ਬਣੀ ਆ, ਜਿਹੜੀ ਇਹਦੀ ਇਮੇਜ ਬਣੀ ਆ, ਉਲਟੀ ਇਨਵਰਟਡ ਇਮੇਜ ਬਣੀ ਆ, ਤਾਂ ਉਸ ਤੋਂ ਆਪਾਂ ਨੂੰ ਇੱਦਾਂ ਲੱਗਦਾ ਕਿ ਜਿਹੜਾ ਦਰਖਤ ਆ ਉਹ ਇੱਥੇ ਆ, ਬਟ ਅਸਲ ਦੇ ਵਿੱਚ ਇੱਥੇ ਹੁੰਦਾ। ਇਹ ਭੁਲੇਖਾ ਹੁੰਦਾ ਇੱਕ ਤਰ੍ਹਾਂ ਦਾ। ਤਾਂ ਇਸ ਨੂੰ ਹੀ ਆਪਾਂ ਕੀ ਕਹਿੰਦੇ ਹਾਂ, ਮਾਈਲੇਜ ਕਹਿੰਦੇ ਹਾਂ। ਇਹ ਕਦੋਂ ਹੁੰਦਾ? ਟੋਟਲ ਇੰਟਰਨਲ ਰਿਫਲੈਕਸ਼ਨ ਪ੍ਰਕਾਸ਼ ਦੇ ਅਪਵਰਤਨ ਦੇ ਕਾਰਨ ਹੁੰਦਾ। ਹੁਣ ਇਹ ਸੀ ਸਾਰਾ ਜਦੋਂ ਆਪਣੇ ਕੋਲੇ ਹੌਟ ਏਅਰ ਹੁੰਦਾ, ਯਾਨੀ ਕਿ ਰੇਗਿਸਤਾਨ ਜਾਂ ਗਰਮ ਹਵਾ ਵਾਲੇ ਇਲਾਕੇ ਹੁੰਦੇ ਆ, ਉੱਥੇ ਇਹ ਚੀਜ਼ ਦੇਖਣ ਨੂੰ ਮਿਲਦੀ ਆ। ਇਸ ਤੋਂ ਉਲਟ ਜੇ ਆਪਾਂ ਠੰਡੇ ਇਲਾਕਿਆਂ ਦੀ ਗੱਲ ਕਰੀਏ ਤਾਂ ਉੱਥੇ ਵੀ ਮਾਈਲੇਜ ਦੇਖਣ ਨੂੰ ਮਿਲਦਾ। ਤਾਂ ਉੱਥੇ ਕਿਵੇਂ ਹੁੰਦਾ ਹੁਣ ਆਪਾਂ ਉਹ ਕਰਾਂਗੇ। ਨੈਕਸਟ ਕੀ ਆ, ਜਦੋਂ ਆਪਾਂ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਸਮੁੰਦਰ ਦੇ ਵਿੱਚ ਇੱਕ ਸ਼ਿਪ ਹੈਗੀ ਹੈ, ਜਿਹੜੀ ਸ਼ਿਪ ਬੋਟ ਦੀ ਪੋਜੀਸ਼ਨ ਆ ਆਪਦੀ ਪੋਜੀਸ਼ਨ ਤੋਂ ਥੋੜ੍ਹੀ ਉੱਪਰ ਦਿਖੂਗੀ। ਤਾਂ ਅਜਿਹਾ ਕਿਉਂ ਹੁੰਦਾ? ਇਹ ਕਿਉਂ ਹੁੰਦਾ? ਕਿਉਂਕਿ ਪ੍ਰਕਾਸ਼ ਦੇ ਪਵਰਤਨ ਦੇ ਕਾਰਨ ਹੁੰਦਾ। ਟੋਟਲ ਇੰਟਰਨਲ ਰਿਫਲੈਕਸ਼ਨ ਦੇ ਵਿੱਚ ਇਹਦੇ ਵਿੱਚ ਉਲਟਾ ਹੁੰਦਾ। ਇੱਥੇ ਆਪਣੇ ਕੋਲੇ ਕੋਈ ਵੀ ਸ਼ਿਪ ਹੈਗੀ ਹੈ, ਉਹਦੀ ਰੀਅਲ ਪੋਜੀਸ਼ਨ ਆ, ਇੱਥੇ ਹਿਊਮਨ ਆਈ ਆ। ਜਦੋਂ ਇੱਥੇ ਰੇਜ਼ ਪਈਆਂ, ਲਾਈਟ ਪਈ ਆ, ਤਾਂ ਇੱਥੇ ਦੇਖੋ ਜਦੋਂ ਸਮੁੰਦਰ ਦੇ ਨੀਚੇ ਵਾਲੇ ਸਮੁੰਦਰ ਆ, ਇੱਥੇ ਨੀਚੇ ਵਾਲੀ ਇਹਦੇ ਨੀਚੇ ਵਾਲੀ ਹਵਾ ਕੀ ਆ? ਠੰਡੀ ਹੋਊਗੀ। ਇੱਥੇ ਕੀ ਆ? ਕੂਲ ਏਅਰ ਆ, ਮਤਲਬ ਡੈਂਸਰ ਮੀਡੀਅਮ ਆ। ਉੱਪਰ ਵਾਲੀ ਹਵਾ ਕੀ ਗਰਮ ਹੋਊਗੀ, ਉੱਥੇ ਰੇਅਰ ਮੀਡੀਅਮ ਹੋਏਗਾ। ਜਦੋਂ ਲਾਈਟ ਟਰੈਵਲ ਕਰੇਗੀ ਡੈਂਸਰ ਟੂ ਰੇਅਰ ਮੀਡੀਅਮ, ਇਟ ਬੈਂਡਸ ਅਵੇ ਫਰੋਮ ਦੀ ਨਾਰਮਲ, ਇੱਥੇ ਵੀ ਨਾਰਮਲ ਤੋਂ ਅਵੇ ਬੈਂਡ ਹੋਏਗੀ। ਐਂਡ ਇੱਕ ਪੁਆਇੰਟ ਇਹ ਅਜਿਹਾ ਆਏਗਾ ਜਿੱਥੇ ਇਹਦਾ ਐਂਗਲ ਆਫ ਇੰਸੀਡੈਂਸ ਗ੍ਰੇਟਰ ਹੋਏਗਾ ਕ੍ਰਿਟੀਕਲ ਐਂਗਲ ਤੋਂ। ਤਾਂ ਉਸ ਪੁਆਇੰਟ 'ਤੇ ਇਹ ਜਿਸ ਮੀਡੀਅਮ 'ਚੋਂ ਆਈ ਆ ਉਸੇ ਮੀਡੀਅਮ 'ਚ ਵਾਪਿਸ ਰਿਫਲੈਕਟ ਹੋ ਜੂਗੀ। ਤਾਂ ਜੇ ਦੇਖਣ ਵਾਲੇ ਨੂੰ ਜਿਹੜੀ ਹਿਊਮਨ ਆਈ ਹੈ, ਓਬਜ਼ਰਵਰ ਇੱਥੇ ਆ, ਤਾਂ ਉਹਨੇ, ਕਿਉਂਕਿ ਉਹ ਆਪਾਂ ਮੰਨਦੇ ਹਾਂ ਆਪਣੀ ਆਈ ਦੀ ਇਹ ਟੈਂਡੈਂਸੀ ਹੁੰਦੀ ਆ, ਉਹ ਦੇਖਦੀ ਕਿ ਜਿਹੜੀ ਲਾਈਟ ਆ ਉਹ ਟਰੈਵਲ ਕਰਦੀ ਹੈ ਸਟ੍ਰੇਟ ਲਾਈਨ ਦੇ ਵਿੱਚ। ਜਦੋਂ ਉਹ ਪਿੱਛੇ ਦੇਖੇਗਾ ਇਹਨੂੰ ਇਸ ਤਰ੍ਹਾਂ, ਤਾਂ ਉਹਨੂੰ ਲੱਗੇਗਾ ਕਿ ਜਿਹੜੀ ਸ਼ਿਪ ਆ ਉਹ ਇੱਥੇ ਆ, ਜਿਹੜੀ ਸ਼ਿਪ ਦੀ ਪੋਜੀਸ਼ਨ ਆ ਉਹ ਇੱਥੇ ਆ। ਤਾਂ ਇਸ ਤੋਂ ਇਹ ਪਤਾ ਲੱਗਦਾ ਕਿ ਇਹਦੀ ਜਿਹੜੀ ਐਪਰੈਂਟ ਪੋਜੀਸ਼ਨ ਆ, ਹੁਣ ਇੱਥੇ ਦੇਖੋ ਜਿਹੜੀ ਸ਼ਿਪ ਆ ਆਪਦੀ ਅਸਲੀ ਪੋਜੀਸ਼ਨ ਤੋਂ ਸਥਾਨਾਂਤਰਨ ਜਿਹੜੀ ਓਬਜੈਕਟ ਦੀ ਇਮੇਜ ਬਣੀ ਹੈ, ਇਸੇ ਨੂੰ ਹੀ ਆਪਾਂ ਮਾਈਲੇਜ ਬੋਲਦੇ ਹਾਂ। ਇਹ ਸੀ ਦੋ ਤਰ੍ਹਾਂ ਦੇ ਆਪਣੇ ਕੋਲ ਮਾਈਲੇਜ। ਹੁਣ ਆਪਾਂ ਨੈਕਸਟ ਕਰਾਂਗੇ ਟਵਿੰਕਲਿੰਗ ਆਫ ਸਟਾਰਸ। ਸਟਾਰ ਅਸਲ ਦੇ ਵਿੱਚ ਟਵਿੰਕਲ ਨਹੀਂ ਕਰਦੇ ਹੁੰਦੇ, ਬਟ ਆਪਾਂ ਨੂੰ ਇਹ ਲੱਗਦਾ ਕਿ ਟਵਿੰਕਲਿੰਗ ਕਰਦੇ ਆ। ਅਜਿਹਾ ਕਿਉਂ ਹੁੰਦਾ? ਇਹ ਪ੍ਰਕਾਸ਼ ਦੇ ਅਪਵਰਤਨ ਦੇ ਕਾਰਨ ਹੁੰਦਾ, ਕਿਉਂਕਿ ਤਾਰਿਆਂ ਦਾ ਜਿਹੜਾ ਟਿਮਟਿਮਾਉਣਾ ਹੈਗਾ ਉਹ ਵਿਗਿਆਨਿਕ ਰੂਪ ਵਿੱਚ ਤਾਰਿਆਂ ਦੀ ਚਮਕ ਜਾਂ ਆਕਾਸ਼ੀ ਚਮਕ ਵੀ ਕਿਹਾ ਜਾਂਦਾ। ਤਾਰਿਆਂ ਦਾ ਟਿਮਟਿਮਾਉਣਾ ਅਪਵਰਤਨ ਦੇ ਕਾਰਨ ਹੁੰਦਾ ਹੈ। ਇਸ ਤੋਂ ਭਾਵ ਆ ਕਿ ਜਦੋਂ ਪ੍ਰਕਾਸ਼ ਆਪਣੇ ਕੋਲੇ ਅਰਥ ਦੇ, ਇਹ ਆਪਣੇ ਕੋਲੇ ਕੀ ਹੈ ਇੱਥੇ, ਅਰਥ ਦਾ ਐਟਮੋਸਫੀਅਰ ਆ, ਅਰਥ ਦੇ ਐਟਮੋਸਫੀਅਰ ਦੇ ਆਲੇ ਦੁਆਲੇ ਬਹੁਤ ਸਾਰੀਆਂ ਲੇਅਰਸ ਹੁੰਦੀਆਂ। ਟ੍ਰੋਪੋਸਫੀਅਰ, ਸਟ੍ਰੈਟੋਸਫੀਅਰ, ਮੈਸੋਸਫੀਅਰ, ਐਗਜ਼ੋਸਫੀਅਰ, ਆਈਨੋਸਫੀਅਰ, ਇਹ ਸਾਰੀਆਂ ਅਲੱਗ-ਅਲੱਗ ਲੇਅਰਸ ਹੁੰਦੀਆਂ। ਇਹ ਜਿਹੜੀਆਂ ਲੇਅਰਸ ਆ ਇਹਨਾਂ ਦੀ ਘਣਤਾ ਵੀ ਅਲੱਗ-ਅਲੱਗ ਹੁੰਦੀ ਆ, ਇਹਨਾਂ ਦਾ ਅਪਵਰਤਨਾਂਕ ਵੀ ਅਲੱਗ-ਅਲੱਗ ਹੁੰਦਾ, ਇਹਨਾਂ ਦੀ ਡੈਂਸਿਟੀ ਵੀ ਅਲੱਗ-ਅਲੱਗ ਹੁੰਦੀ ਆ। ਤਾਂ ਜਦੋਂ ਪ੍ਰਕਾਸ਼ ਦੀ ਕਿਰਨ ਇੱਧਰੋਂ ਸਟਾਰ ਤੋਂ ਆ ਰਹੀ ਆ, ਤਾਂ ਇਹਨੂੰ ਆਪਣੇ ਕੋਲੇ ਇੱਧਰ ਜੇ ਘਣਤਾ ਜ਼ਿਆਦਾ ਹੋਊਗੀ, ਇਹਦਾ ਜਿਹੜਾ ਪਾਥ ਆ ਉਹ ਚੇਂਜ ਹੋ ਗਿਆ, ਇੱਥੇ ਵੀ ਚੇਂਜ ਹੋ ਗਿਆ। ਮਲਟੀਪਲ ਰਿਫਰੈਕਸ਼ਨ ਜਿਹੜੀਆਂ ਹੁੰਦੀਆਂ, ਤਾਂ ਆਪਣੇ ਕੋਲੇ ਦੇਖਣ ਵਾਲੇ ਨੂੰ, ਜਿਹੜਾ ਓਬਜ਼ਰਵਰ ਇੱਥੇ ਖੜਾ ਹੋਇਆ, ਉਹਨੂੰ ਇੱਦਾਂ ਲੱਗੂਗਾ ਕਿ ਜਿਹੜੇ ਪ੍ਰਕਾਸ਼ ਦੀ ਆ ਇੱਕ ਪਰਟੀਕੂਲਰ ਆਪਣੀ ਜਿਹੜੀ ਆਈ ਆ ਉਹ ਦੇਖ ਸਕਦੀ ਕਿ ਲਾਈਟ ਸਟ੍ਰੇਟ ਲਾਈਨ 'ਚ ਟਰੈਵਲ ਕਰਦੀ ਆ। ਕਦੇ ਆਪਾਂ ਨੂੰ ਇੱਦਾਂ ਲੱਗੂਗਾ ਕਿ ਜਿਹੜੀ ਪ੍ਰਕਾਸ਼ ਆ ਰਿਹਾ ਤਾਰਿਆਂ ਤੋਂ, ਕਦੇ ਜ਼ਿਆਦਾ ਆ ਰਿਹਾ, ਕਦੇ ਘੱਟ ਆ ਰਿਹਾ। ਜਦੋਂ ਜ਼ਿਆਦਾ ਆ ਰਿਹਾ ਹੁੰਦਾ ਆਪਣੇ ਕੋਲੇ ਜਿਹੜਾ ਤਾਰਾ ਚਮਕਦਾ ਦਿਖਾਈ ਦਿੰਦਾ, ਜਦੋਂ ਪ੍ਰਕਾਸ਼ ਘੱਟ ਆ ਰਿਹਾ ਹੁੰਦਾ ਉਦੋਂ ਆਪਾਂ ਨੂੰ ਇੱਦਾਂ ਲੱਗੂ ਕਿ ਡਿਮ ਆ ਰਹੀ ਹੈ ਲਾਈਟ। ਤਾਂ ਆਪਾਂ ਨੂੰ ਇੱਦਾਂ ਜਗਦਾ ਬੁਝਦਾ ਟਿਮਟਿਮਾਉਂਦਾ ਹੋਇਆ ਆਪਾਂ ਨੂੰ ਪ੍ਰਤੀਤ ਹੁੰਦਾ। ਇਹ ਕਾਹਦੇ ਕਰਕੇ ਹੁੰਦਾ? ਕਿਉਂਕਿ ਜਿਹੜਾ ਕਿਰਨਾਂ ਦੇ ਰਸਤੇ ਦੇ ਵਿੱਚ ਬਦਲਾਅ ਆਉਂਦਾ ਰਹਿੰਦਾ, ਕਿਉਂਕਿ ਕਿਰਨਾਂ ਵਿੱਚ ਪਵਰਤਨ
ਕਿਉਂਕਿ ਇਹਨਾਂ ਕਿਰਨਾਂ ਵਿੱਚ ਪਵਰਤਨ ਅੰਕ ਕਾਰਨ ਜਿਹੜਾ ਲਾਈਟ ਆ ਉਹ ਕਿਰਨ ਕੀ ਆ ਵਿੰਗ ਪੈ ਜਾਂਦਾ ਉਹਦੇ ਵਿੱਚ, ਤਾਂ ਅਸੀਂ ਦੇਖਦੇ ਹਾਂ ਕਦੇ ਜ਼ਿਆਦਾ ਕਦੇ ਘੱਟ, ਇਸੇ ਨੂੰ ਹੀ ਆਪਾਂ ਟਿਮਟਿਮਾਉਣਾ ਕਹਿੰਦੇ ਹਾਂ। ਇਹ ਸੀ ਸਾਰਾ ਆਪਣਾ ਅੱਜ ਦਾ ਟੌਪਿਕ। ਅੱਜ ਆਪਾਂ ਕੀਤਾ ਮਾਈਰੇਜ, ਟਾਈਪਸ ਆਫ ਮਾਈਰੇਜ ਐਂਡ ਟਵਿੰਕਲਿੰਗ ਆਫ ਸਟਾਰਸ। ਥੈਂਕ ਯੂ।